बिस्मिल्लाहिर्रहमानिर्रहीम अस्सलाम वालेकुम जी दोस्तों, की हाल है? ठीक ठाक हो? अजकल बरसात का मौसम है, मुख्तलिफ जानवर खतरनाक हशरात निकलते हैं, कीड़े मकोड़े, सप वगैरह, बिच्छू वगैरह। अज इंशाल्लाह बिच्छू जड़ा ना वो कट्टन का इलाज दसांगे। पैरों से तली ते सरों जमान वाली बाबा जी गल बिल्कुल तली ते सरों जमान वाली गल होएगी। इतल बिच्छू ने डंग मारा, इतल दवाई लाई तो फौरन राम, दर्द फौरी खत्म हो जाएगा इंशाल्लाह। वो बाबा जी केड़ी चीज़ है? मालक इस्ता फरमाए सब तो पहला ते दरूदो सलाम मुहम्मद वाले मुहम्मद ते रब ताला बे औलादा नूं औलाद, बेरोजगारां नूं रोजगार अता फरमाए। बिच्छू दा डंग जिहड़ा वे ये बहुत तकलीफ दा बाइस है। इंसान ना जींदा है ना मरदा उस टाइम। ये 55 मिनट तक ते दर्द एक रफ्तार नाल ही इंसान नूं होएगी। 55 मिनटां तो बाद कम होना शुरू होंदी है और ये 55 मिनट बहुत कुवत मुदाफियत कम हो जिहदी वो बंदा दी डैथ हो जाती है। ਇਹਦਾ ਜ਼ਹਿਰ ਜਿਹੜਾ ਵੇ ਇਹ ਨਿਊਰੋਟਾਕਸਿਨ ਤੋਂ ਵੀ 4 ਗੁਣਾ ਅੱਗੇ ਪਾਇਆ ਗਿਆ। ਇਹਨੂੰ ਕਹਿੰਦੇ ਨੇ ਐਸਿਡ। ਇਹਨੂੰ ਜ਼ਹਿਰ ਨਹੀਂ ਗਿਣਿਆ ਜਾਂਦਾ, ਇਹਨੂੰ ਐਸਿਡ ਗਿਣਿਆ ਜਾਂਦਾ। ਇੱਕ ਤੇਜ਼ਾਬ ਦਾ ਹਿੱਸਾ ਵੇ। ਕਾਫੀ ਸਾਰੀ ਮੈਡੀਸਨ ਬਣਦੀ ਹੈ, ਕਾਫੀ ਸਾਰੀਆਂ ਬਾਮਾਂ ਬਣਦੀਆਂ ਜਿਹਦੇ ਅੰਦਰ ਇਸਤੇਮਾਲ ਵੀ ਹੁੰਦਾ ਹੈ। ਹੁਣ ਚੱਲਨੇ ਆ ਕਿ ਇਹਦੀ ਦਰਦ ਨੂੰ ਫੌਰੀ ਬੰਦ ਕਰਨ ਦੇ 3 ਤਰੀਕੇ ਤੁਹਾਨੂੰ ਦੱਸੇ ਜਾਣਗੇ। ਇੱਕ ਜ਼ਹਿਰ ਉਤਾਰਨ ਵਾਸਤੇ, ਇੱਕ ਦਰਦ ਬੰਦ ਕਰਨ ਵਾਸਤੇ ਔਰ ਇੱਕ ਫੌਰੀ ਤੌਰ ਸੋਜਿਸ਼ ਨੂੰ ਖਤਮ ਕਰਨ ਵਾਸਤੇ। ਪਹਿਲਾ ਤਰੀਕੇ ਵਾਲ ਜਾਈਏ ਤੇ ਫਟਕੜੀ ਹੈ ਪਾਣੀ ਦੇ ਅੰਦਰ ਘੋਲ ਕੇ ਉਹਦੇ ਨਾਲ ਧੋਣਾ ਸ਼ੁਰੂ ਕਰੋ, ਸੋਜਿਸ਼ ਬਿਲਕੁਲ ਉੱਥੇ ਰੁਕ ਜਾਏਗੀ। ਇਹਦੀ ਦਰਦ ਨੂੰ ਬੰਦ ਕਰਨ ਵਾਸਤੇ ਪਿਓਰ ਲੌਂਗ ਦਾ ਤੇਲ ਹੋਣਾ ਚਾਹੀਦਾ ਤੁਹਾਡੇ ਕੋਲ। ਅਗਰ ਨਾ ਮਿਲੇ ਤੇ ਚੂਨਾ ਪਿਓਰ ਹੋਣਾ ਚਾਹੀਦਾ, ਪਾਣੀ 'ਚ ਘੁਲਿਆ ਮਰਿਆ ਹੋਇਆ। ਉੱਪਰ ਲਗਾਓ, ਜਲਨ ਜ਼ਰੂਰ ਹੋਏਗੀ, 30 ਸਕਿੰਟਾਂ ਤੋਂ ਬਾਅਦ ਬੰਦਾ ਸਕੂਨ ਦੇ ਵਿੱਚ ਹੋ ਜਾਏਗਾ। ਇਸ ਤੋਂ ਅਗਰ ਪੜਿਆ ਲਿਖਿਆ ਇਲਾਜ ਅਗਰ ਕੋਈ ਡਾਕਟਰ ਦੇਖ ਰਿਹਾ ਤੇ ਉਹ ਵੇ 7 ਪੁਦੀਨਾ, ਅੰਬਰਤਾਰਾ ਵੀ ਇਹਨੂੰ ਕਿਹਾ ਜਾਂਦਾ ਹੈ। बिल्कुल ਬਣਿਆ ਬਣਾਇਆ ਮਿਲ ਜਾਂਦਾ। ਇੱਕ ਕਤਰਾ ਉੱਤੇ ਸੁੱਟ ਦਵੋ, ਕਤਰਾ ਸੁੱਟਣ ਦੀ ਦੇਰ ਹੈ ਬਿੱਛੂ ਦੀ ਦਰਦ ਖਤਮ ਹੋ ਜਾਏਗੀ। ਉਸੇ ਟਾਈਮ ਹੀ ਹੋ ਜਾਏਗੀ, ਦਰਦ ਖਤਮ ਹੋ ਜਾਏਗੀ। ਇੱਕ ਨੁਸਖਾ ਤੁਹਾਨੂੰ ਅਸੀਂ ਦੇਸੀ ਦੱਸਣੇ ਜਿਹੜੇ ਪੁਰਾਣੇ ਜ਼ਮਾਨੇ ਦੇ ਅੰਦਰ ਲੋਕ ਕਰਦੇ ਹਨ। ਉਹ ਕੀ ਹੈ? ਉਹ ਵਿੱਚ ਚਿਨਾਰ ਦੀ ਜੜ, ਉਹਦਾ ਕਾੜਾ ਬਣਾ ਕੇ ਅਗਰ ਇੱਕ ਕੱਪ ਇਨਸਾਨ ਨੂੰ ਦਿੱਤਾ ਜਾਵੇ ਤੇ ਜਿੱਥੇ ਬਿੱਛੂ ਲੜਿਆ 5 ਮਿੰਟਾਂ ਬਾਅਦ ਉਹ ਘੁੱਟੀਏ ਤੇ ਜ਼ਹਿਰ ਬਾਹਰ ਆਉਣਾ ਸ਼ੁਰੂ ਹੋ ਜਾਂਦਾ। ਐ ਸੀ ਅਲਹਮਦੁਲਿਲਾ ਜਲਦੀ ਤੁਹਾਡੇ ਕੋਲ ਇਲਾਜ ਜਿਹੜੇ ਘਰ ਦੇ ਅੰਦਰ ਅਵੇਲੇਬਲ ਨੇ ਤੁਹਾਡੇ ਕੋਲ ਔਰ ਤੁਸੀਂ ਬਚ ਸਕਦੇ ਜੇ। ਲੇਕਿਨ ਚੂਨਾ ਔਰ ਲੌਂਗ ਵਾਲਾ ਤੇ ਅਸੀਂ ਜ਼ਾਤੀ ਤੌਰ ਤੇ ਅਜ਼ਮਾਇਆ ਹੈ ਅੱਲਾ ਦੀ ਰਹਿਮਤ ਨਾਲ। ਇਸੇ ਵੀਡੀਓ 'ਚ ਇੱਕ ਭੀੜ ਜਿਹਨੂੰ ਅਸੀਂ ਭੂਣ ਕਹਿੰਦੇ ਆ, ਧਮੂੜੀ ਕਹਿੰਦੇ ਆ, ਅਗਰ ਇਹ ਲੜ ਜਾਵੇ ਤੇ ਕਦੀ ਤਜਰਬਾ ਕਰਕੇ ਵੇਖਿਆ ਜੀ, ਜਾਂ ਨਿੰਬੂ ਦਾ ਪਾਣੀ ਜਾਂ ਪੈਟਰੋਲ ਲਾ ਕੇ ਵੇਖੋ, ਉਸੇ ਟਾਈਮ ਡੰਗ ਸੜ ਜਾਏਗਾ, ਸੋਜਿਸ਼ ਉੱਤੇ ਰੁਕ ਜਾਏਗੀ। अच्छा बाबा जी, अक्सर वेख्या मोटरसाइकिल ते चलदे हां ਜੀ ਜੀ तंबूड़ी जिन्हों असीं कहने हां, बड़ ਜੀ ਜੀ ਬੇੜ बेड़ तंबूड़ी ਇਹ ਚਲਦਿਆਂ ਅਕਸਰ ਮੂੰਹ ਤੇ ਬਾਅਦ ਦਫਾ ਕਈਆਂ ਨੂੰ ਮੈਂ ਦੇਖਿਆ ਕਿ ਬੁੱਲਾਂ ਤੇ ਅੱਖੀਆਂ ਤੇ ਕਮੀਜ਼ ਚ ਵੜਦੀ ਏ। ਜੀ ਜੀ ਤੇ ਯਾਰ ਤੁਹਾਡੇ ਕੋਲ ਇਲਾਜ ਦੱਸ ਛੜਿਆ, ਤੁਹਾਨੂੰ ਮੋਟਰਸਾਈਕਲ ਤੁਹਾਡੇ ਕੋਲ ਪੈਟਰੋਲ ਕੱਢ ਲਾਓ, ਕੋਈ ਟਾਕੀ ਅੰਦਰ ਸੁੱਟੋ, ਠੀਕ ਹੈ, ਜਾਂ ਪੈਪ ਲਾਓ, ਪੈਟਰੋਲ ਜਿਹੜਾ ਉਹਦੇ ਉੱਪਰ ਪਾਣਾ ਸ਼ੁਰੂ ਕਰ ਦਿਓ 2-3 ਕਤਰੇ। ਦਰਦ ਫੌਰੀ ਬੰਦ, ਸੋਜਿਸ਼ ਵੀ ਨਹੀਂ ਹੋਏਗੀ ਤੇ ਡੰਗ ਸੜ ਕੇ ਉੱਪਰ ਆ ਜਾਏਗਾ, ਉਹਨੂੰ ਖਿੱਚ ਕੇ ਬਾਹਰ ਕੱਢ ਦਿਓ। ਕਿੱਡਾ ਆਸਾਨ ਤਰੀਕਾ। ਬਲਕਿ ਭੀੜ ਦੇ ਲੜਨ ਦੇ ਨਾਲ ਬਦੋਮਲੀ ਰੋਡ ਤੇ ਨਾ ਰਈਆ ਚੌਕ ਕੇ ਉੱਥੇ ਇੱਕ ਬੱਸ ਆ ਰਹੀ ਸੀ, ਬੰਦੇ ਉੱਤੇ ਬੈਠੇ ਸੀ, ਬੰਦੇ ਦਾ ਮੂੰਹ ਖੁੱਲਿਆ ਕਿਤੇ ਤੇ ਇਹ ਜਗ੍ਹਾ ਤੇ ਲੜ ਗਈ, ਜ਼ਬਾਨ ਫੁੱਲ ਗਈ, ਸਾਹ ਬੰਦ ਹੋਇਆ, ਬੱਚਾ ਮਰ ਗਿਆ ਸੀ, ਛੱਤ ਦੇ ਉੱਤੇ ਬੈਠਾ ਸੀ, ਬੜਾ ਜਵਾਨ ਸੀ। ਸੁਬਹ ਉਹਦੀ ਸ਼ਾਦੀ ਸੀ। ਇਹ ਗਾਲਬਨ ਧਬੜੀ ਵਾਲੇ ਦੇ ਕਰੀਬ ਉਹਨਾਂ ਦਾ ਪਿੰਡ ਹੈ, ਅਹਿਮਦ ਉਹਦਾ ਨਾਮ ਸੀ। ਅਸੀਂ ਟਪਿਆਲਾ ਮੋੜ ਬੈਠੇ ਹਾਂ, ਉਹਨਾਂ ਦਾ ਰਿਸ਼ਤੇਦਾਰ ਨੇ ਸਾਨੂੰ ਦੱਸਿਆ। ਕੋਸ਼ਿਸ਼ ਕਰੋ ਕਿ ਕੋਈ ਵੀ ਅੱਲਾ ਦੀ ਬਣਾਈ ਮਖਲੂਕ ਇਹਦੇ ਨਾਲ ਪੰਗਾ ਨਾ ਲਓ। ਤੇ ਜੇ ਤੁਸੀਂ ਪੰਗਾ ਖੁਦ ਬਖੁਦ ਉਹਨੇ ਲੈ ਲਿਆ, ਇਹ ਵੀਡੀਓ ਦੇ ਅੰਦਰ ਇਲਾਜ ਦੱਸਿਆ ਗਿਆ, ਇਸਤੇਮਾਲ ਕਰੋ, ਮਾਲਕ ਦੀ ਰਹਿਮਤ ਹੋਏਗੀ। ਮਿਲਦੇ ਹਾਂ ਇਸੇ ਤਰ੍ਹਾਂ ਅਗਲੀ ਵੀਡੀਓ ਲੈ ਕੇ ਮਾਲੂਮਾਤ ਨਾਲ। ਉਨੀ ਦੇਰ ਤੱਕ ਮੁਹੱਬਤਾਂ ਜੀ ਯਾਦ ਰੱਖਣਾ ਹੈ। ਅੱਲਾਹ ਨਿਗਹਿਬਾਨ।